बिस्मिल्लाहिर्रहमानिर्रहीम। अल्लाह पाक तेरा शुक्र है कि इस लम्हे वास्ते, इस वक्त वास्ते, इस घड़ी वास्ते कि रात जिद्दां दी भी होवे, जिसे नवा सूरज तलू हुंदा वा, वो एक नवी उम्मीद, नवा हौसला, नवा अज़म दिंदा और पावर दिंदा कि उठो निकलो मेरे रस्ते ते अज असीं बड़े ही एक अच्छे मूड च बाहर निकले हाँ कि रब ने फ्रैश किया। एक सुबह सुबह अल्लाह के बंदे दी एक मदद हुई पहुंची जी बिल्कुल, ते उन्हें सानू बड़ी खुशी दी। ते तारा जी ए गोजरे दा इलाका वा ते एक ऐसा इंसान जिहड़ा एक मामूली मजदूर होवे ते ओहदा अपना घर भी ना होवे ते ओहदे विच ਉਹਦੇ ਕੋਲ ਵਸਾਇਲ ਵੀ ਨਾ ਹੋਣ ਤੇ ਉਹਦੇ ਘਰ ਦੇ ਵਿੱਚ 3 ਮਜ਼ਦੂਰ ਬੱਚੇ ਹੋਣ, ਬੜਾ ਮੁਸ਼ਕਿਲ ਹੋ ਜਾਂਦਾ, ਬੜਾ ਮੁਸ਼ਕਿਲ ਹੁੰਦਾ। ਤੇ ਆਓ ਬਿਸਮਿਲ੍ਲਾ ਕਰਦੇ ਹਾਂ ਇਹਨਾਂ ਨੂੰ ਅੱਲਾਹ ਪਾਕ ਵੱਲੋਂ। ਤਾਰਾ ਜੀ 3 ਬੱਚੇ ਨੇ ਔਰ ਇਹਨਾਂ ਦੇ ਬਾਰੇ ਪੁੱਛਦੇ ਹਾਂ ਇਸ ਭੈਣ ਨੂੰ ਕਿ ਇਹ ਕਿਸ ਤਕਲੀਫ 'ਚ ਨੇ। ਨਵਾਜ਼ ਸਾਹਿਬ, ਪਹਿਲੀ ਗੱਲ ਤਾਂ ਇਹ ਵਾ ਕਿ ਇਹਨਾਂ 3 ਬੱਚਿਆਂ ਨੂੰ ਦੇਖ ਕੇ ਮੈਂ ਹਿੱਲ ਗਈ ਹਾਂ। ਤੌਬਾ ਇਸਤਗਫਾਰ, ਤੌਬਾ, ਅੱਲਾਹ ਪਾਕ ਮਾफ़ करे। किस मुसीबत 'ਚ ਬੱਚੇ ਨੇ। ਤਾਰਾ ਜੀ ਅਗਰ ਇਹਨੂੰ ਕਲੋਜ਼ ਕਰਕੇ ਦਿਖਾਇਆ ਜਾਵੇ ਜੀ, ਯਾਨੀ ਇੱਕ ਤੇ ਨਾ जिसमानी तौर पर बाजुआं और टांगा तो मजबूरी आ, गर्दन भी नहीं हिलती पई और 3 बच्चे इको कफिये च दो चार ने कि अपनी गर्दन भी नहीं हिला सकते, बिल्कुल बोल भी नहीं सकते, देख भी नहीं सकते। अल्लाह माफ़ करे। यानी जिसमानी कमज़ोरी, नाबीनापन और बोल नहीं सकना। और अगर तुसी मैं तो नहीं देख सकता, देखो ना किस तरह अंगूठे मुड़ ये 3 भैन भरावां ते भैन जी ਇਹ ਚੋਂ ਬੜੀ ਕਿਹੜੀ ਆ? ਕੀ ਨਾਮ ਇਹਦਾ? ਮਾਰੀਆ। ਉਸ ਤੋਂ ਬਾਅਦ ਸਾਇਰਾ। ਉਸ ਤੋਂ ਬਾਅਦ ਕਮਰ ਅਲੀ। ਅੱਛਾ ਮੇਰੀ ਭੈਣ, ਇਹ ਤੁਹਾਡੇ 3 ਬੱਚੇ ਮਾਜ਼ੂਰ ਨੇ? ਹਾਂਜੀ 3 ਬੱਚੇ। ਅੱਛਾ ਇਹ ਦੱਸੋ ਕਿ ਜਦੋਂ ਪਹਿਲਾ ਬੱਚਾ ਪੈਦਾ ਹੋਇਆ ਹਾਂਜੀ ਉਹ ਮਾਜ਼ੂਰ ਸੀ? ਕੋਈ ਪਤਾ ਨਹੀਂ ਸੀ ਉਦੋਂ, ਸਾਨੂੰ ਕੋਈ ਨਹੀਂ ਸੀ ਲੰਮੇਨਾ। ਅੱਛਾ ਹੌਲੀ ਹੌਲੀ ਜਿਸ ਤਰ੍ਹਾਂ ਪੇਸ ਮਾਂ ਬੱਚੇ ਨੂੰ ਇਸ ਤਰ੍ਹਾਂ ਸਿਲੇ ਤੋਂ ਬਾਅਦ ਖੜਾ ਕਰਦੀ ਆ। ਹਾਂਜੀ ਦੇਖੇ ਮੇਰੇ ਵੱਲ ਇਸ ਤਰ੍ਹਾਂ, ਮੈਂ ਕਹਿੰਦੀ ਸੀ ਮੇਰਾ ਬੱਚਾ ਖੜਾ ਨਹੀਂ ਹੋ ਰਿਹਾ, ਇਸ ਤਰ੍ਹਾਂ ਵੀ ਦੇਖ ਨਹੀਂ ਰਿਹਾ। ਤੇ ਫਿਰ ਅਸੀਂ ਡਾਕਟਰ ਇੱਥੇ ਸੀ ਗੋਜਰੇ ਹੀ ਰਹਿਮਤੁल्लाह ਉਹਦੇ ਕੋਲ ਲੈ ਕੇ ਗਏ। ਉਹਨਾਂ ਨੇ ਕਿਹਾ ਇਹਦੀ ਨਜ਼ਰ ਨਹੀਂ ਹੈ, ਇਹਨੂੰ ਤੁਸੀਂ ਫੈਸਲਾਬਾਦ ਲੈ ਜਾਓ। ਫਿਰ ਅਸੀਂ ਫੈਸਲਾਬਾਦ ਨਹੀਂ ਇਹਨੂੰ ਖੜਿਆ, ਫਿਰ ਇੱਥੇ ਪੀਰਾਂ ਦੇ ਅਸੀਂ ਫੈਸਲਾਬਾਦ ਲੈ ਕੇ ਗਏ ਤੇ ਉਹਨਾਂ ਨੇ ਕਿਹਾ ਵੀ ਇਹ ਬੱਚਾ ਤੁਸੀਂ ਕੋਈ ਇਹਨਾਂ ਦੀ ਨਜ਼ਰ ਨਹੀਂ, ਕੋਈ ਖੜੇ ਨਹੀਂ ਹੋ ਸਕਦੇ, ਤੁਸੀਂ ਇਹਨੂੰ ਘਰ ਲੈ ਜਾਓ। ਘਰ ਲੈ ਆਏ ਅਸੀਂ, ਦੁਬਾਰਾ ਬੱਚੀ ਹੋਣ ਵਾਲੀ ਹੋ ਗਈ ਆ। ਅੱਛਾ ਇੱਕ ਗੱਲ ਦੱਸੋ ਮੇਰੀ ਭੈਣ, ਜਿਸੇ ਪਹਿਲੇ ਬੱਚੀ ਇਸ ਹਾਲਾਤ ਤੋਂ ਦੋ ਚਾਰ ਹੋ ਗਈ, ਹਾਂਜੀ, ਉਸ ਤੋਂ ਬਾਅਦ ਅੱਲਾਹ ਪਾਕ ਨੇ ਤੁਹਾਨੂੰ ਦੁਬਾਰਾ ਉਮੀਦ ਦਿੱਤੀ, ਹਾਂਜੀ, ਤੇ ਤੁਸੀਂ ਉਸ ਤੋਂ ਪਹਿਲਾਂ ਡਾਕਟਰ ਨੂੰ ਚੈੱਕਅਪ ਨਹੀਂ ਕਰਾਇਆ ਕਿ ਕਿਸ ਮਰਜ਼ ਦੀ ਵਜ੍ਹਾ ਤੋਂ ਐਸਾ ਹੋਇਆ? ਨਹੀਂ ਡਾਕਟਰ ਸਾਹਿਬ, ਪਹਿਲਾਂ ਵੀਰੇ ਨਹੀਂ ਸੀ ਮੈਂ ਚੈੱਕ ਕਰਾਇਆ, ਕੋਈ ਨਹੀਂ ਸੀ, ਕਹਿੰਦੇ ਸੀ ਪੋਲੀਓ ਹੈ। ਇਹ ਪੋਲੀਓ ਦੀ ਵਜ੍ਹਾ ਤੋਂ ਇਸ ਤਰ੍ਹਾਂ ਹੋਏ, ਤੂੰ ਟੀਕੇ ਨਹੀਂ ਲਵਾਏ, ਪੋਲੀਓ ਦਾ ਇਲਾਜ ਕਰਾਇਆ। ਫਿਰ ਪੋਲੀਓ ਦੇ ਟੀਕੇ ਲਵਾਏ ਮੈਂ ਆਪਣੇ ਵੀ, ਇਸ ਬੱਚੀ ਦੇ ਵੀ ਲਵਾਏ। ਫਿਰ ਨਜ਼ਰ ਚੈੱਕ ਕਰਾਈ ਤੇ ਉਹਨਾਂ ਨੇ ਕਿਹਾ ਇਸ ਬੱਚੀ ਦੀ ਵੀ ਨਜ਼ਰ ਹੈ। ਉਸ ਬੱਚੇ ਵਾਰੀ ਤੁਸੀਂ ਪੋਲੀਓ ਦੇ ਟੀਕੇ ਨਹੀਂ ਲਗਵਾਏ ਸੀ? ਨਹੀਂ ਲਵਾਏ ਸੀ, ਜਿਹੜੇ ਬੱਚਿਆਂ ਨੂੰ ਲੱਗਦੇ ਨੇ। ਹਾਂਜੀ। ਉਸ ਤੋਂ ਬਾਅਦ ਵੀ ਬੱਚੇ ਨੂੰ ਨਹੀਂ ਲਗਵਾਏ ਤੁਸੀਂ? ਨਹੀਂ, ਇਸ ਤੋਂ ਬਾਅਦ ਇਹਨੂੰ ਉਸ ਬੱਚੇ ਤੋਂ ਬਾਅਦ ਬੱਚੀ ਨੂੰ ਨਹੀਂ ਸੀ ਲਗਵਾਏ। ਉਸ ਤੋਂ ਬਾਅਦ ਵੀ ਨਹੀਂ ਲਗਵਾਏ? ਹਾਂਜੀ ਨਹੀਂ। ਅੱਛਾ, ਕਿ ਤੁਹਾਨੂੰ ਇੰਨਾ ਸ਼ੌਰ ਹੀ ਨਹੀਂ ਸੀ ਹੈਗਾ, ਤੁਹਾਨੂੰ ਪਤਾ ਹੀ ਨਹੀਂ ਸੀ ਹੈਗਾ? ਪਤਾ ਹੀ ਨਹੀਂ ਸੀ ਸਾਨੂੰ। ਠੀਕ ਹੈ, ਸੀ ਪਤਾ। ਫਿਰ ਇਸ ਬੱਚੀ ਨੂੰ ਮੈਂ ਆਪਣੇ ਵੀ ਟੀਕੇ ਪੋਲੀਓ ਦੇ ਲਵਾਏ, ਇਸ ਬੱਚੀ ਦੇ ਵੀ ਲਵਾਏ। ਅੱਛਾ, ਜਦੋਂ ਇਹ ਪੈਦਾ ਹੋਈ ਆ, ਪੈਦਾ ਹੋਣ ਵਾਲੀ ਹੋਈ, ਉਦੋਂ ਵੀ ਮੈਂ ਆਪਣੇ ਵੀ ਲਵਾਏ। ਫਿਰ ਵੀ ਬੱਚੀ ਇਸ ਤਰ੍ਹਾਂ ਪੈਦਾ ਹੋਈ ਆ। ਅੱਛਾ, ਫਿਰ ਡਾਕਟਰ ਕੋਲ ਲੈ ਕੇ ਗਏ, ਫਿਰ ਉਹਨਾਂ ਨੇ ਨਜ਼ਰ। ਅੱਛਾ, ਫਿਰ ਉਹ ਕੁਛ ਇਹਦੇ ਨਾਲ ਫਿਰ? ਹਾਂਜੀ। ਅੱਛਾ, ਉਸ ਤੋਂ ਬਾਅਦ ਫਿਰ ਇਹਦਾ ਇਲਾਜ ਕਰਵਾਉਣ ਲੱਗ, ਮੈਨੂੰ ਕਿਸੇ ਨੇ ਕਿਹਾ ਤੁਸੀਂ ਖਾਨੇ ਵਾਲੇ ਨੂੰ ਲੈ ਜਾਓ ਬੱਚੀ ਨੂੰ, ਤੇ ਉੱਥੋਂ ਨਜ਼ਰ ਬਣਦੀ ਹੈ, ਬਣ ਜਾਊਗੀ। ਫਿਰ ਮੈਂ ਆਪਣੀਆਂ ਚੂੜੀਆਂ ਸੀ ਮੇਰੀਆਂ ਸੋਨੇ ਦੀਆਂ, ਮੈਂ ਵੇਚ ਕੇ ਲੈ ਗਈ ਬੱਚੀ ਨੂੰ ਉੱਥੇ। ਅੱਛਾ,
ਉਹਨੇ ਫਿਰ ਇਹਦੀਆਂ ਅੱਖਾਂ ਦਾ ਆਪਰੇਸ਼ਨ ਕੀਤਾ ਸੀ। ਅੱਛਾ ਫਿਰ ਮੈਂ ਘਰ ਲੈ ਆਈ, ਕਹਿੰਦਾ 1.5 ਮਹੀਨੇ ਤੋਂ ਬਾਅਦ ਫਿਰ ਦੁਬਾਰਾ ਲੈ ਕੇ ਆਇਓ। ਉਹਨੇ ਦੁਬਾਰਾ ਫਿਰ ਲੈ ਕੇ ਗਈ ਨਾ, ਕੋਈ ਬੱਚੀ ਨਹੀਂ ਸੀ, ਦੇਖਦੀ ਨਹੀਂ ਸੀ, ਕੋਈ ਲਾਲ ਕੱਪੜਾ ਪਾਉਂਦੀ ਸੀ ਜਾਂ ਮਾਂ ਦੇ ਚਿਹਰੇ ਵੱਲ ਵੇਖਦੀ। ਮੈਨੂੰ ਸ਼ੌਕ ਸੀ ਮੇਰੇ ਬੱਚੀ ਮੇਰੇ ਮੂੰਹ ਵੱਲ ਵੇਖੇ ਜਾਂ ਗੱਲ ਕਰੇ। ਹਾਏ ਹਾਏ ਕੋਈ ਨਜ਼ਰ ਦੇ ਅਸਰਾਤ ਨਹੀਂ ਸੀ। ਤਾਰਾ ਜੀ, ਜਿਹੜੀ ਮੈਂ ਗੱਲ ਰਾਜ ਕਰਦਾ ਆਇਆ ਵਾਂ ਕਿ ਅਗਰ ਕੋਈ ਨਬੀਨਾ ਉਹਦੇ ਵਾਸਤੇ ਸਭ ਕੁਝ ਅੰਧੇਰ ਹੈ। ਅੰਧੇਰ ਉਹਨੂੰ ਨਹੀਂ ਪਤਾ ਕਿ ਮੇਰੀ ਮਾਂ ਦੇ ਕੱਪੜਿਆਂ ਦਾ ਰੰਗ ਕੀ ਆ, ਉਹਨੂੰ ਨਹੀਂ ਪਤਾ ਨੀਲਾ ਅਸਮਾਨ ਕੈਸਾ ਹੁੰਦਾ, ਉਹਨੂੰ ਨਹੀਂ ਪਤਾ ਕਿ ਪੱਖੇ ਦਾ ਕੀ ਰੰਗ ਕੀ ਆ, ਬਿਲਕੁਲ ਜ਼ਮੀਨ ਦਾ ਕੁਛ ਰੰਗ ਕੀ ਆ, ਉਹਨੂੰ ਕੁਛ ਕੁਛ ਵੀ ਇਲਮ ਨਹੀਂ, ਨਹੀਂ। ਉਹਦੇ ਵਾਸਤੇ ਸਭ ਕੁਝ ਹਨੇਰ ਆ। ਹਨੇਰਾ। ਤੇ ਇਹ ਦੱਸੋ ਭੈਣ ਜੀ ਕਿ ਇੱਕ ਬੱਚੇ ਮਾਜ਼ੂਰ ਨੂੰ ਸੰਭਾਲਣਾ ਵੀ ਬਹੁਤ ਮੁਸ਼ਕਲ ਹੈ। ਬਹੁਤ ਮੁਸ਼ਕਲ ਆ। ਅਜ਼ੀਮ ਮਾਂ ਜੇ ਤੁਸੀਂ, ਅਜ਼ੀਮ ਮਾਂ ਜੇ ਤੁਸੀਂ, ਅਜ਼ੀਮ ਮਾਂ ਜੇ ਕਿ 3 ਬੱਚੇ ਮਜ਼ਦੂਰ ਜਿਹੜੇ ਆ ਨਾ ਉਹ ਸੰਭਾਲ ਰਹੇ ਜੇ। ਅੱਲਾਹ ਪਾਕ ਤੁਹਾਨੂੰ ਹਿੰਮਤ ਦੇਵੇ, ਅੱਲਾਹ ਪਾਕ ਤੁਹਾਨੂੰ ਹੌਸਲਾ ਦੇਵੇ। ਔਰ 25 ਸਾਲ ਤੋਂ ਇਹਨਾਂ ਬੱਚਿਆਂ ਦੀ ਤੁਸੀਂ ਕਫਾਲ ਕਰ ਰਹੇ ਜੇ, ਦੇਖਭਾਲ। ਅੱਲਾਹ ਪਾਕ ਤੁਹਾਨੂੰ ਹਿੰਮਤ ਦੇਵੇ, ਹੌਸਲਾ ਦੇਵੇ ਅੱਲਾਹ ਪਾਕ। ਲੱਖ ਲੱਖ ਵਾਰੀ ਸ਼ੁਕਰ ਆ ਸਾਡੇ ਮੁਕੱਦਰਾਂ 'ਚ ਦਿੱਤੇ, ਅਸੀਂ ਇਹਨਾਂ ਦੀ ਸੇਵਾ ਕਰਦੇ। ਹਾਏ ਹਾਏ ਤਾਰਾ ਜੀ ਦੇਖੋ ਜੀ, ਕਿੰਨੀ ਅੱਛੀ ਗੱਲ ਆ ਕਿ ਇਹ ਸੇਵਾ ਕਰਦੇ ਪਏ ਨੇ। ਔਲਾਦ ਤਾਂ ਹੈ ਹਾਂ ਢੇਡਿਆ ਆਪਣਾ ਤੇਰੇ ਸਮਝ ਕੇ ਆਪਣਾ ਬੱਚਿਆਂ ਨੂੰ ਸੰਭਾਲਦੇ ਆ, ਚੱਕਦੇ ਆ, ਉਲਾਦੇ ਆ। ਸ਼ੁਕਰ ਅੱਲਾਹ ਪਾਕ ਦਾ ਕਰ ਰਹੇ ਨੇ ਕਿ ਅਸੀਂ ਔਲਾਦ ਵਾਲੇ ਆ, ਅਸੀਂ ਅੱਛਾ ਇਹ ਔਲਾਦ ਦੱਸੋ ਵਾਲੇ ਆ। ਕਿ ਜਦੋਂ ਇਹ 25 ਸਾਲ ਤੋਂ ਇਹ ਦੁੱਖ ਚੱਲਦੇ ਪਏ ਹੋ ਤੇ 25 ਸਾਲ ਦੇ ਵਿੱਚ ਸਭ ਕੁਝ ਹੀ ਉਜੜ ਗਿਆ ਤੇ ਕੋਈ ਭੈਣ ਭਰਾ ਕੰਮ ਨਹੀਂ ਆਇਆ? ਕੋਈ ਨਹੀਂ ਕੰਮ ਆਇਆ ਜੀ, ਕੋਈ ਨਹੀਂ ਕੰਮ ਆਇਆ। ਕੋਈ ਬਸ ਅੱਲਾ ਦਾ ਆਸਰਾ, ਮਾਲਕ ਦਾ ਆਸਰਾ ਕਰਕੇ ਬੈਠੇ ਆ। ਮਾਲਕਾ ਤੂੰ ਹੀ ਤੇਰਾ ਹੀ ਆਸਰਾ ਆ, ਤੂੰ ਹੀ ਇਹਨਾਂ ਦਾ। ਤੇ ਕਿੱਦਾਂ ਉਹਨਾਂ ਦਾ ਪੇਟ ਪਾਲਦੇ, ਕਿੱਦਾਂ ਮਜ਼ਦੂਰੀ ਕਰਦੇ, ਕੀ ਕਰਦੇ ਸੀ ਤੁਸੀਂ? ਮਜ਼ਦੂਰੀ ਕਰਦਾ ਜੀ, ਮਾੜਾ ਮੋਟਾ ਰਕਸ਼ਾ ਚਲਾਉਂਦਾ, ਆਪ ਬਿਮਾਰ ਰਹਿੰਦਾ ਆ ਅੱਛਾ ਤੇ ਰਕਸ਼ੇ ਤੋਂ 200-400 ਰੁਪਈਆ ਆ ਜਾਂਦਾ ਆ। ਅੱਛਾ। ਉਹ ਆਪਣੀਆਂ ਦਵਾਈਆਂ ਵੀ ਕਰਦਾ, ਵੀ ਸਿਲਸਿਲਾ ਕੋਈ ਇਦਾਂ, ਕੋਈ ਜ਼ਕਾਤ ਵੀ ਦੇ ਦਿੰਦਾ ਆ, ਹਾਂਜੀ ਕੋਈ ਸਦਕਾ ਦੇ ਜਵੇ ਘਰ। ਕੋਈ ਬਸ ਸ਼ੁਕਰ ਹੈ ਜਿੱਦਾਂ ਮਾਲਕ ਨੇ ਜਿਹਨੇ ਪੈਦਾ ਕੀਤਾ ਉਹਨੇ ਰੋਜ਼ੀ ਦੇਣੀ ਆ, ਪਤਾ ਨਹੀਂ ਜਿੱਥੋਂ ਵੀ ਦੇਦਾ। ਅੱਛਾ ਇਹ ਭੈਣ ਜੀ ਦੱਸੋ ਕਿ ਇਹ ਮਰੀਮ ਕਿ ਮਾਰੀਆ? ਮਾਰੀਆ, ਸਾਇਰਾ ਤੇ ਕਮਰ। ਹਾਂਜੀ, ਮਾਂ ਬਾਪ ਵਾਸਤੇ ਕਮਰ ਆ, ਚੰਦ ਵਾ। ਤੇ ਇਹ ਮਾਰੀਆ ਤੇ ਕਮਰ ਤੇ ਸਾਇਰਾ, ਇਹ ਤੁਹਾਡੀ ਆਵਾਜ਼ ਨੂੰ ਕਿੱਦਾਂ ਪਹਿਚਾਨਦੇ ਨੇ? ਮਾਂ ਦੀ ਆਵਾਜ਼ ਪਛਾਣਦੇ। ਅੱਛਾ, ਉਸੇ ਚਿਹਰੇ ਕੀ ਤਾਸਰਾਤ ਹੁੰਦੇ ਨੇ ਇਹਦੇ? ਬਸ ਕੁਛ ਵੀ ਨਹੀਂ, ਆਵਾਜ਼ ਦੇਣੀ ਸਹਿਰਾ ਜਾਂ ਤੇਰਾ ਆਵਾਜ਼ ਦਿਓ ਭਲਾ ਸਹਿਰਾ ਇਦਾਂ ਇਸ ਤਰ੍ਹਾਂ ਪਤਾ ਨਹੀਂ ਚੱਲਦਾ। ਸਹਿਰਾ ਸਿੱਧੀ ਹੋ, ਪਤਾ ਸਿੱਧਾ ਹੋ ਜਾ, ਰੋਟੀ ਦਈਏ, ਸਿੱਧਾ ਕਰੋ ਨਾ ਅੰਦਰ, ਸਿੱਧਾ ਕਰੀਏ, ਸਿੱਧਾ ਹੋਈਏ। ਦੇਖੋ ਤੇਰਾ ਦੇਖੋ ਤੇਰਾ ਜਿਵੇਂ ਨਾ ਸੁਕੜੇ ਜਿਸਮ ਨੇ। ਅੱਲਾਹ ਤਾਰਾ ਪਾਕ ਜੀ ਮਾਫ ਕਰੇ, ਅੱਲਾਹ ਪਾਕ ਮਾਫ ਕਰੇ, ਅੱਲਾਹ ਸੋਹਣਿਆ ਮਾਫ ਕਰੇ। ਜ਼ਿੰਦਾ ਲਾਸ਼ਾਂ, ਜ਼ਿੰਦਾ ਲਾਸ਼ਾਂ। ਮੈਂ ਵੇਖਣ ਵਾਲਿਆਂ ਨੂੰ ਮੈਂ ਕੀ ਦਿਖਾਵਾਂ ਕਿ ਅੱਲਾਹ ਪਾਕ ਰਹਿਮ ਆਪਣੇ, ਅਗਰ ਖੁਦਾ ਨੇ ਤੁਹਾਨੂੰ ਤੰਦਰੁਸਤੀ ਜ਼ਿੰਦਗੀ ਦਿੱਤੀ ਆ ਤੇ ਜ਼ਰਾ ਦੇਖੋ ਕਿ ਜ਼ਿੰਦਾ ਲਾਸ਼ਾਂ ਕਿਹਨੂੰ ਆਖਿਆ ਜਾਂਦਾ ਵਾ। ਉਹ ਬਿਲਕੁਲ ਹੀ ਜਿਸ ਤਰ੍ਹਾਂ ਕੋਈ ਚੀਜ਼ ਜਿਹੜੀ ਆ ਤਾਰਾ ਜੀ ਸੁਕੜ ਗਈ ਹੈ ਨਾ ਹਰ ਜਿਹਾ ਆਪਣੇ ਜਗ੍ਹਾ, ਯਾਨੀ ਕਿ ਐਸਾ ਕਰੋ ਜਾਂ ਐਸਾ ਕਰੋ, ਕੋਈ ਜਿਸਮ 'ਚ ਲਚਕ ਨਹੀਂ ਹੈਗੀ ਥੋੜੀ। ਇਹ ਤਿੰਨਾਂ ਬੱਚਿਆਂ ਨੂੰ ਉਹ ਮੱਖੀਆਂ ਜ਼ਰਾ ਮੂੰਹ ਤੋਂ ਪਿੱਛੇ ਕਰੋ। ਮੇਰੇ ਬੱਚਿਆਂ ਨੇ ਮੰਗੀ ਨਹੀਂ ਮੇਰੇ ਕੋਲੋਂ ਕੋਈ ਚੀਜ਼। ਹਾਏ ਅੰਮੀ ਮੈਨੂੰ ਆ ਚੀਜ਼ ਲੈ ਦੇ। ਮਾਂ ਤਰਸਦੀ ਰਹੀ ਕਿ ਕਦੋਂ ਮੇਰਾ ਬੱਚਾ ਆਵਾਜ਼ ਦੇਵੇ ਕਿ ਮਾਂ ਮੈਨੂੰ ਆ ਚੀਜ਼ ਚਾਹੀਦੀ ਹੈ। ਇਦਾਂ ਆਉਂਦੀਆਂ ਸ਼ਬਰਾਤਾਂ ਆਉਂਦੀਆਂ ਮੇਰੀਆਂ ਬੱਚਿਆਂ ਨੇ, ਅੱਜ ਤੱਕ ਮਾਂ ਨੂੰ ਨਹੀਂ ਕਿਹਾ। ਅੱਛਾ ਮੇਰੀ ਭੈਣ, ਨਾ ਰੋ ਨਾ ਰੋ ਨਾ ਰੋ। ਮੈਂ ਲੈਣੀ ਚੀਜ਼। ਤੁਸੀਂ ਬੜੀ ਦੇਰ ਦੇ ਰੋ ਰਹੇ ਜੇ, ਬੜੀ ਦੇਰ ਦੇ ਦੁਖੀ ਜੇ। ਜਦੋਂ ਦੀ ਤੁਹਾਡੀ ਗੋਦ 'ਚ ਬੱਚੇ ਆਏ ਨੇ ਤੁਸੀਂ ਉਦੋਂ ਦੇ ਦੁਖੀ ਜੇ। 25 ਸਾਲ 25 ਸਾਲ ਤੋਂ। ਅੱਛਾ, ਉਹਦੀ ਆਪਣੀ ਉਮਰ ਕਿੰਨੀ ਆ? ਉਹਦੀ ਬਾਜੀ 25 ਸਾਲ। 25 ਸਾਲ ਦੀ ਉਮਰ ਇਹਦੀ? 25 ਉਹ ਤੋਂ ਸਾਲ ਛੋਟੀ। 24 ਸਾਲ। ਇਹ ਬੱਚਾ? ਇਹ ਬੱਚਾ 2 ਸਾਲ ਛੋਟਾ ਹੈ। ਮੈਂ ਬੱਚੇ ਇਹ 22 ਸਾਲ ਦਾ ਬੱਚਾ। ਓਹੋ, 24 25 24 ਔਰ 22 ਸਾਲ ਦੇ 3 ਬੱਚੇ ਨੇ। ਔਰ ਦੇਖੋ ਕਿਸ ਅਜ਼ੀਅਤ 'ਚ ਨੇ। ਅੱਲਾਹ ਪਾਕ ਤੂੰ ਮਾਫ ਕਰੇ। ਜ਼ਖਮ ਹੋ ਜਾਂਦੇ ਆ ਲੱਤਾਂ ਦੇ ਉੱਤੇ। ਅੱਲਾਹ ਪਾਕ ਤੂੰ ਮਾਫ ਕਰੇ। ਔਰ ਨਾਲ ਲੱਗ ਕੇ ਕਿ ਜਿਵੇਂ ਚਿਪਟੀ ਕਰ ਦਿੱਤੀ ਜਾਂਦੀ ਹੈ। ਉਹ ਪਸਲੀਆਂ ਜਿਹੜੀਆਂ ਉਹ ਸਾਬਤੀਆਂ ਹੋ ਗਈਆਂ। ਬਸ ਕਰ ਦਿਓ ਕੱਪੜੇ ਪਾ ਜਿਸਮ ਉਹ ਸਾਬ ਦਾ। ਅੱਲਾਹ ਤੂੰ ਮਾਫ ਕਰੇ। 25 ਸਾਲ ਤੋਂ ਇੱਕ ਮਾਂ ਜਿਹੜੀ ਦੁੱਖ ਚੱਲਦੀ ਪਈ ਆ ਤੇ 25 ਸਾਲ ਤੋਂ ਮਾਂ ਦੇ ਕੰਨ ਤਰਸ ਗਏ ਨੇ, ਪਿਓ ਦੇ ਗੱਲ ਕੰਨ ਤਰਸ ਗਏ ਨੇ ਕਿ ਬੱਚਾ ਸਾਨੂੰ ਆਵਾਜ਼ ਦੇ ਕਿ ਪਾਪਾ ਮੇਰੇ ਵਾਸਤੇ ਅੰਗੂਰ ਲੈ ਕੇ ਆਓ, ਪਾਪਾ ਮੇਰੇ ਵਾਸਤੇ ਬਿਸਕੁਟ ਲੈ ਕੇ ਆਓ, ਪਾਪਾ ਮੈਨੂੰ ਕੱਪੜੇ ਦੇ ਦਿਓ, ਮੈਨੂੰ ਕੋਈ ਖਿਡੌਣਾ ਲੈ ਕੇ ਆਓ। ਹਰ ਚੀਜ਼ ਤੋਂ ਬੱਚੇ ਬੇਨਿਆਜ਼ ਨੇ। ਪਤਾ ਹੀ ਕੋਈ ਨਹੀਂਗਾ। ਅੱਲਾਹ ਪਾਕ ਮਾਫ ਕਰੇ। ਔਰ ਮੇਰਾ ਖਿਆਲ ਹੈ ਕਿ ਪਾਕਿਸਤਾਨ ਦਾ ਸਭ ਤੋਂ ਜਿਹੜਾ ਨਾ ਹੱਕਦਾਰ ਘਰਾਣਾ ਇਹ ਨੇ, ਹੱਕਦਾਰ ਬੱਚੇ ਨੇ। ਮੈਂ ਆਪਣੀ ਹਰ ਸ਼ੈ ਵੇਚ ਕੇ ਆਪਣੇ ਬੱਚਿਆਂ ਦੇ ਨਾਲ ਬੈਠਾ, ਹਰ ਸ਼ੈ ਵੇਚ ਕੇ। ਅੱਛਾ ਭਾਈ, ਇਹ ਦੱਸੋ ਹੁਣ ਤੁਹਾਡੇ ਵਾਸਤੇ ਕਿਰਾਏ ਤੇ ਬੈਠਾ, ਧੱਕੇ ਖਾਂਦਾ,
ਜੇ ਮੇਰੇ ਸੋਹਣੇ ਨੂੰ ਮਨਜ਼ੂਰ ਹੋਈ ਤਾਂ ਮੈਨੂੰ ਆਪਣੇ ਘਰ 'ਚ ਬਿਠਾ ਦਊਗਾ। ਅੱਛਾ ਭਾਈ ਇਹ ਦੱਸੋ ਤੁਹਾਡੇ ਵਾਸਤੇ ਹੁਣ ਕਿਵੇਂ ਆਸਾਨੀਆਂ ਹੋ ਸਕਦੀਆਂ ਇਹਨਾਂ ਬੱਚਿਆਂ ਵਾਸਤੇ ਕਿਵੇਂ ਬਿਹਤਰੀ ਹੋ ਇਹਨਾਂ ਸਕਦੀ ਬੱਚਿਆਂ ਵਾਸਤੇ ਆ ਜਾ ਦੇਖੀ ਤਾਂ ਇਹਨਾਂ ਬੱਚਿਆਂ ਵਾਸਤੇ ਬੇਟੀਆਂ ਬਜੀ ਇਹ ਹੈ ਅਸੀਂ ਇਹਨਾਂ ਦੀ ਖਿਦਮਤ ਕਰ ਸਕੀਏ, ਇਹਨਾਂ ਦੀ ਸੇਵਾ ਕਰ ਸਕੀਏ। ਸਾਡੇ ਕੋਈ ਐਸਾ ਸਬਬ ਕੋਈ ਬਣ ਜਾਵੇ, ਚਲੋ ਅਸੀਂ ਆਪਣੇ ਬੱਚਿਆਂ ਦੀ ਸੇਵਾ ਕਰੀਏ, ਆਪਣੇ ਬੱਚੇ ਘਰ ਲੈ ਕੇ ਬਹਿ ਜਾਈਏ, ਆਪਣਾ ਘਰ ਅੱਛਾ ਕਿਰਾਏ ਤੇ ਘਰ ਆ? ਕਿਰਾਏ ਤੇ ਆ ਘਰ। ਅੱਛਾ ਤੁਸੀਂ ਇਹ ਕੰਮ ਕਰੋ ਉਧਰ ਦੀ ਹੋ ਕੇ ਨਾ ਇਹਨਾਂ ਤੇ ਕੱਪੜੇ ਪਾਓ, ਹਾਂ ਮੱਖੀਆਂ ਬੈਂਦੀਆਂ ਨੇ ਉਧਰ ਦੀ। ਅੱਛਾ ਸਭ ਤੋਂ ਪਹਿਲੇ ਤੇ ਇਹਨਾਂ ਵਾਸਤੇ ਨਾ ਇਹ ਉਹ ਲੈ ਕੇ ਆਓ ਮੱਛਰਦਾਨੀਆਂ। ਇਸ ਤਰ੍ਹਾਂ ਲੇਟੇ ਆ ਨਾ ਤਾਂ ਉੱਪਰ ਤੁਸੀਂ ਮੱਛਰਦਾਨੀ ਰੱਖੋ ਤਾਂ ਕਿ ਮੱਖੀ ਤੇ ਜਰਾਸੀਮ ਤੋਂ ਬਚ ਸਕਣ। ਅੱਜ ਵਾਸਤੇ 3 ਮੱਛਰਦਾਨੀਆਂ ਅੱਜ ਹੀ ਮੱਛਰਦਾਨੀਆਂ ਅਸੀਂ ਤੁਹਾਨੂੰ ਭੇਜਦੇ ਹਾਂ। ਇਹ ਤੇ ਪਾਓ। ਅੱਛਾ ਹੋਰ ਤੁਹਾਡੀ ਜ਼ਿੰਦਗੀ ਇਹਨਾਂ ਵਾਸਤੇ ਅਸੀਂ ਨਹੀਂ ਜਾਣਦੇ ਤੁਸੀਂ ਕੌਣ ਹੋ ਜੀ। ਨਾ ਤੁਸੀਂ ਮੈਨੂੰ ਕਦੀ ਵੇਖਿਆ ਨਾ ਤੁਸੀਂ ਸਾਰਿਆਂ ਨੂੰ ਕਦੀ ਵੇਖਿਆ, ਲੇਕਿਨ ਇਹ ਆ ਕਿ ਅੱਲਾਹ ਪਾਕ ਦੀ ਮਰਜ਼ੀ ਆ ਕਿ ਅੱਲਾਹ ਪਾਕ ਨੇ ਸਾਡੀ ਰਹਿਨੁਮਾਈ ਕੀਤੀ। ਅਸੀਂ ਆਪਣੇ ਰੱਬ ਦੇ ਸ਼ੁਕਰਗੁਜ਼ਾਰ ਹਾਂ ਕਿ ਅੱਲਾਹ ਪਾਕ ਤੂੰ ਸਾਨੂੰ ਉੱਥੇ ਲੈ ਕੇ ਜਾਣਾ ਵਾ ਜਿੱਥੇ ਤੇਰੀ ਮਰਜ਼ੀ ਹੁੰਦੀ ਆ, ਜਿੱਥੇ ਹੱਕਦਾਰ ਹੁੰਦੇ ਨੇ। ਤੇ ਤੁਹਾਨੂੰ ਕਿ ਇਹਨਾਂ ਬੱਚਿਆਂ ਵਾਸਤੇ ਕਿੱਦਾਂ ਜ਼ਿੰਦਗੀ ਬਿਹਤਰ ਹੋ ਸਕਦੀ ਹੈ? ਬੱਚਿਆਂ ਦੇ ਵਾਸਤੇ ਬਿਹਤਰ ਇਦਾਂ ਹੀ ਆ, ਆਸਾਨੀ ਕਿੱਦਾਂ ਹੋ ਸਕਦੀ ਹੈ? ਆਸਾਨੀ ਹੋ ਸਕੇ, ਕੋਈ ਅਸੀਂ ਇਹਨਾਂ ਦੀ ਸੇਵਾ ਕਰ ਸਕੀਏ, ਸਾਨੂੰ ਕੋਈ ਬਿਹਤਰੀ ਕੋਈ ਸਬਬ ਅੱਲਾਹ ਪਾਕ ਬਣਾ ਦੇਵੇ, ਕੋਈ ਅਸੀਂ ਇਹਨਾਂ ਦੀ ਸੇਵਾ ਕਰ ਰਹੀਏ, ਇਹਨਾਂ ਦੀ ਖਿਦਮਤ ਕਰ ਰਹੀਏ। ਮੈਂ ਬਿਮਾਰ ਇਹਨਾਂ ਮੇਰੇ ਕੋਲ ਨਹੀਂ ਕੰਮ ਹੁੰਦਾ, ਮੈਂ ਬਿਮਾਰ ਆ, ਮੇਰੇ ਪੇਟ 'ਚ ਦਰਦ ਆ, ਮੈਨੂੰ 22-23 ਸਾਲ ਹੋ ਗਏ ਆ, ਭੈਣ ਜੀ ਉੱਪਰ ਮੈਂ ਦੀ ਇਲਾਜ ਉੱਪਰ ਬੜਾ ਦੀ ਕਰਾਇਆ, ਉੱਪਰ ਦੀ ਮੇਰੇ ਆਰਾਮ ਨਹੀਂ ਆ ਰਿਹਾ, ਮਿਹਦੇ 'ਚ ਦਰਦ ਆ, ਅੰਦਰਾਂ ਸੋਜ ਆ ਮੇਰੇ ਕੋਲ, ਮੈਂ ਰਕਸ਼ਾ ਚਲਾਉਣਾ ਆ ਤੇ ਜੰਪ ਲੱਗਦੇ ਜ਼ਿਆਦਾ ਤਕਲੀਫ ਹੁੰਦੀ ਆ। ਅੱਛਾ ਤੁਹਾਡਾ ਨਾਂ ਕੀ? ਮੇਰਾ ਮੇਰਾ ਨਾਮ ਮਨੀਰ ਆ ਜੀ। ਭਾਈ ਮਨੀਰ, ਇਹ ਦੱਸੋ ਪਹਿਲੀ ਗੱਲ ਤੇ ਕਿ ਤੁਹਾਡੇ ਤੇ ਕੋਈ ਆਸਾਨ ਨਹੀਂ ਕਰਨਾ ਹੈ, ਤੁਹਾਨੂੰ ਸਦਕਾ ਖੈਰਾਤ ਨਹੀਂ ਦੇਣਾ ਹੈ। ਇਹ ਅੱਲਾਹ ਪਾਕ ਕੋਲੋਂ ਸਪੋਰਟ ਵਾਸਤੇ ਆਏ ਆ ਤੇ ਰੱਬ ਸਾਨੂੰ ਲੈ ਕੇ ਆਇਆ ਵਾ। ਤੁਸੀਂ ਇਹ ਦੱਸੋ ਕਿ ਇਹਨਾਂ ਵਾਸਤੇ ਸਭ ਤੋਂ ਬਿਹਤਰੀਨ ਗਿਫਟ ਰੱਬ ਵੱਲੋਂ ਕੀ ਹੋ ਸਕਦਾ ਇਹਨਾਂ ਵਾਸਤੇ ਆਸਾਨੀ ਦਾ? ਤੁਸੀਂ ਆਪਣੇ ਜ਼ਿਹਨ 'ਚ ਸੋਚਿਆ ਹੋਵੇਗਾ ਨਾ ਕਿ ਕਿੱਦਾਂ ਇਹਨਾਂ ਦੀ ਜ਼ਿੰਦਗੀ ਬਿਹਤਰ ਹੋ ਸਕਦੀ ਹੈ? ਇਹਨਾਂ ਦੀ ਜ਼ਿੰਦਗੀ ਦੇ ਇਦਾਂ ਹੀ ਆ, ਮੈਨੂੰ ਕੋਈ ਮਾਲ ਮਿਲਦਾ ਰਹੇ ਤੇ ਮੈਂ ਆਪਣੇ ਬੱਚਿਆਂ ਦੀ ਸੇਵਾ ਕਰਦਾ ਰਹਾ ਤੇ ਕੋਈ ਮੇਰਾ ਗੁਜ਼ਾਰਾ ਨਹੀਂ ਘਰ ਹੋ ਰਿਹਾ, ਨਾ ਮੈਂ ਕਿਰਾਏ ਬਿੱਲ ਦੇ ਰਿਹਾ। ਹੁਣ ਮੈਨੂੰ 5,500 ਰੁਪਇਆ ਕਿਰਾਇਆ ਆਇਆ, ਮੈਂ ਦੇਖਣ ਡਿਆ ਮੈਂ ਕਿੱਦਾਂ ਤਾਰਨਾ, ਮੈਂ ਬੜਾ ਪਰੇਸ਼ਾਨ ਆ। ਮਾਰੋ 300 ਤਾਰਾ ਜੀ ਇੱਕ ਤੇ ਆ ਕੇ ਇੱਕ ਮਜ਼ਦੂਰ ਜਿਹੜਾ ਰਕਸ਼ਾ ਡਰਾਈਵਰ ਆ ਇਸ ਕਰੋਨਾ ਵਾਇਰਸ ਦੇ ਵਿੱਚ ਉਹੀ ਤਬਾਹ ਹੋ ਗਿਆ ਕਾਰੋਬਾਰ। ਬਿਲਕੁਲ। ਉਹਨਾਂ ਬੱਚਿਆਂ ਦੇ ਅਖਰਾਜਾਤ, ਹਾਲਾਂਕਿ ਨਾਰਮਲ ਸਾਦਾ ਜੀ ਜ਼ਿੰਦਗੀ, ਇੱਕ ਤੇ ਆ ਕਿ ਇਹਨਾਂ ਬੱਚਿਆਂ ਦੀ ਕਫਾਲਤ ਤੁਸੀਂ ਆਪਣੇ ਜ਼ਿੰਮੇ ਲਓ, ਮੈਂ ਤੇ ਰਿਕਮੈਂਡ ਕਰਾਂਗਾ ਤੁਹਾਨੂੰ। ਜੀ। ਔਰ ਨੰਬਰ 2 ਕਿ ਇਹ ਫੈਸਲਾ ਕਿ ਤੁਸੀਂ ਕਰਨਾ ਵਾ ਕਿ ਇਹਨਾਂ ਬੱਚਿਆਂ ਦਾ ਅਗਰ ਹੱਕ ਬਣਦਾ ਵਾ ਸਮਝਣਾ ਤੇ ਇਹਨਾਂ ਵਾਸਤੇ ਨਹੀਂ ਜੀ, ਇਹਨਾਂ ਦੀ ਕਿਰਾਏ ਤੋਂ ਜਾਨ ਛੁੱਟਣੀ ਚਾਹੀਦੀ ਹੈ। ਲਓ ਜੀ, ਉਹਨਾਂ ਪਹਿਲੇ ਕਹਿ ਦਿੱਤਾ। ਹਾਂਜੀ ਸਾਡੀ ਕਿਰਾਏ ਤੋਂ ਜਾਨ ਛੁੱਟਣੀ ਚਾਹੀਦੀ ਆ ਕਿਉਂਕਿ 3 ਮਜ਼ਦੂਰ ਬੱਚੇ ਨੇ, ਉਹਨਾਂ ਵਾਸਤੇ ਤੁਹਾਡੀ 'ਚ ਵੀ ਹਿੰਮਤ ਨਹੀਂ ਹੈਗੀ ਕਿ ਤੁਸੀਂ ਉਹਨਾਂ ਵਾਸਤੇ ਕੁਝ ਕਮਾ ਸਕੋ ਔਰ ਉਹਨਾਂ ਦੀ ਦੇਖਭਾਲ ਕਰ ਸਕੋ। ਤੇ ਅੱਜ ਮੈਂ ਆਪਣੇ ਰੱਬ ਵੱਲੋਂ ਤੁਹਾਨੂੰ ਖੁਸ਼ਖਬਰੀ ਦਿੰਦੀ ਆ ਕਿ ਬਹੁਤ ਜਲਦ ਇਹ ਆਪਣੇ ਬੱਚੇ ਆਪਣੇ ਮਕਾਨ 'ਚ ਹੋਣਗੇ। ਮਾਸ਼ਾਅੱਲਾ, ਬਹੁਤ ਜਲਦ ਇਨਸ਼ਾਅੱਲਾ। ਨਹੀਂ ਅੱਲਾਹ ਪਾਕ ਤੁਹਾਨੂੰ ਅੱਲਾਹ ਪਾਕ ਆਪਣੇ ਬੱਚੇ ਲੈ ਜਿਤਨੀ ਜਲਦੀ ਹੋ ਸਕਦਾ ਵਾ ਕਿ ਅਸੀਂ ਇਹਨਾਂ ਦੇ ਮਕਾਨ ਵਾਸਤੇ ਇਹਨਾਂ ਦੀ ਜਿਹੜੀ ਹੈ ਨਾ ਆਪਣਾ ਮਕਾਨ ਤਿਆਰ ਕਰ ਮੇਰੇ ਬੱਚਿਆਂ ਨੂੰ ਘਰ ਬਿਠਾਉਣੇ ਵਾਲੇ ਤੁਹਾਡਾ ਅੱਲਾਹ ਪਾਕ ਜੰਨਤ ਦੇ ਵਿੱਚ ਘਰ ਬਣਾ ਦੇ ਸੋਹਣਾ। ਉਹਨਾਂ ਵਾਸਤੇ ਦੁਆ ਕਰਨੀ ਆ ਜਿਹੜੇ ਇਸ ਗਰੁੱਪ 'ਚ ਸ਼ਾਮਲ ਨੇ ਔਰ ਸਾਡੀ ਰਹਿਨੁਮਾਈ ਕਰਦੇ ਨੇ, ਸਾਨੂੰ ਬਾਹਰ ਕੱਢਦੇ ਨੇ। ਉਸ ਤੋਂ ਬਾਅਦ ਭਾਈ, ਉਸ ਤੋਂ ਬਾਅਦ ਤੁਸੀਂ ਇਹ ਦੱਸੋ ਕਿ ਤੁਸੀਂ ਰਕਸ਼ਾ ਚਲਾਉਂਦੇ ਜੇ, ਅਗਰ ਤੁਹਾਨੂੰ ਬੈਠੇ ਬਿਠਾਏ ਕੋਈ ਕਾਰੋਬਾਰ ਮਿਲ ਜਾਵੇ ਤੇ ਫਿਰ ਉਹ ਕਰ ਸਕੋਗੇ? ਕਿ ਦੁਕਾਨ ਵਗੈਰਾ ਮਹੱਲਾ ਸ਼ਾਪ? ਮੈਂ ਹੈਗਾ ਪੜ ਮੈਂ ਕਰ ਤਾਂ ਲਊਂਗਾ। ਨਹੀਂ ਕੋਈ ਮਹੱਲਾ ਸ਼ਾਪ ਬਣ ਜਾਏ ਜਿੱਥੇ ਤੁਹਾਡਾ ਘਰ ਬਣੇ, ਉੱਥੇ ਤੁਹਾਨੂੰ ਨਾਲ ਹੀ ਦੁਕਾਨ ਬਣਾ ਦਈਏ, ਕਾਰੋਬਾਰ ਬਣਾ ਦਈਏ, ਕਰਿਆਨੇ ਦੀ ਸ਼ਾਪ ਬਣਾ ਦਈਏ, ਜਿੱਥੇ ਤੁਸੀਂ ਘਰ ਬੈਠੇ ਆਪਣੇ ਬੱਚਿਆਂ ਨੂੰ ਵੀ ਦੇਖੋ ਤੇ ਆਪਣਾ ਰੋਜ਼ਗਾਰ ਵੀ ਜਿਹੜਾ ਕੋਲ ਵੀ ਦੇਵੋਗੇ। ਮੈਨੂੰ ਟੈਨਸ਼ਨ ਹੁੰਦੀ ਆ, ਮੈਂ ਬਾਹਰ ਜਾਂਦਾ ਮੈਨੂੰ ਟੈਨਸ਼ਨ ਹੁੰਦੀ ਆ ਘਰ ਜਾ ਕੇ ਮੈਂ ਉਹੀ ਨਾ ਮੰਜੇ ਮੁੰਜੇ ਅੱਗੇ ਕਰਾਉਣੇ ਆ, ਕੋਈ ਬਿਮਾਰ ਠਮਾਰ ਇਹ ਵੀ ਬਿਮਾਰ ਰਹਿੰਦੀ ਹੈ ਨਾਲ ਹੱਥ ਪੱਲਾ ਪਾਉਣਾ ਹੁੰਦਾ। ਚਲੋ ਮੈਂ ਘਰ ਹੋਊਗਾ ਆਪਣੇ ਨਾਲ ਬੱਚਿਆਂ ਨੂੰ ਸੰਭਾਲੀ ਅੱਛਾ ਤਾਰਾ ਜੀ, ਇਹ ਤੁਸੀਂ ਬਹੁਤ ਅੱਛਾ ਸੋਚਿਆ ਵਾ ਕਿ ਬਜਾਏ ਇਹ ਬਾਹਰ ਰਵੇ ਘਰੋਂ ਰੋਟੀ ਕਮਾਉਣ ਦੀ ਖਾਤਰ, ਕਿਉਂਕਿ ਬਹੁਤ ਜ਼ਰੂਰਤ ਆ, ਘਰ 'ਚ ਹੀ ਰਹਿਣਗੇ। ਉਹ ਭੈਣ ਸਾਡੀ ਜਿਹੜੀ ਨਾ ਕੱਲੀ ਨਹੀਂ ਬੱਚਿਆਂ ਨੂੰ ਇੱਧਰ ਉੱਧਰ ਕਰ ਸਕਦੀ, ਉਹ ਬਹੁਤ ਮੁਸ਼ਕਲ ਆ ਵਕਤ ਇਹਨਾਂ ਵਾਸਤੇ। ਤੁਹਾਨੂੰ ਅੱਲਾਹ ਪਾਕ ਦੀ ਤਰਫੋਂ ਬਿਮਾਰ ਰਹਿੰਦੀ ਆ, ਇਹਦਾ ਇੱਥੇ ਚੂੜਿਆਂ ਨੂੰ ਮੋਹਰਿਆਂ ਨੂੰ ਮਸਲਾ ਆ, ਮੱਝੇ ਇਦਾਂ ਜਾ ਕੇ ਅੱਲਾਹ ਪਾਕ ਤੁਹਾਨੂੰ ਸਿਹਤ ਦੇਵੇ, ਅੱਲਾਹ ਪਾਕ ਤੁਹਾਨੂੰ ਹਿੰਮਤ ਦੇਵੇ। ਤੁਹਾਨੂੰ ਅੱਲਾਹ ਪਾਕ ਦੀ ਤਰਫੋਂ ਖੁਸ਼ਖਬਰੀ ਦਿੰਨੇ ਆ, ਇਸ ਬੱਚਿਆਂ ਨੂੰ ਖੁਸ਼ਖਬਰੀ ਦਿੰਨੇ ਆ। ਇਸ ਬੱਚਿਆਂ ਨੂੰ ਤਾਂ ਪਤਾ ਹੀ ਨਹੀਂ ਹੈਗਾ ਵਿਚਾਰਿਆਂ ਨੂੰ। ਇੱਕ ਨਵਾਂ ਮਕਾਨ ਉਹਦੇ ਨਾਲ ਹੀ ਬੈਠਕ ਚ ਬਣਾ ਕੇ ਤੁਹਾਨੂੰ ਨਵੀਂ ਦੁਕਾਨ ਜਿਹੜੀ ਆ ਕਰਿਆਨੇ ਦੀ ਉਹ ਤੁਹਾਨੂੰ ਦਿੰਨੇ ਆ। ਅੱਲਾਹ ਪਾਕ ਦੀ ਤਰਫੋਂ ਤੁਹਾਡੇ ਵਾਸਤੇ ਉਹ ਗਿਫਟ, ਇਹਨਾਂ ਬੱਚਿਆਂ ਨੂੰ ਉਹ ਗਿਫਟ ਆ ਮਾਸ਼ਾਅੱਲਾ, ਤਾਂ ਕਿ ਇਹਨਾਂ ਦਾ ਰਿਜ਼ਕ ਜਿਹੜਾ ਵਾ ਉਹਦੇ ਵਾਸਤੇ ਤੁਹਾਨੂੰ ਬਾਹਰ ਨਾ ਜਾਣਾ ਪਵੇ। ਬਸ ਸੋਹਣਿਆ ਤੇਰਾ ਸ਼ੁਕਰ ਹੈ, ਉਸ ਰੱਬ ਦਾ ਸ਼ੁਕਰ ਅਦਾ ਉਸ ਰੱਬ ਦਾ ਸ਼ੁਕਰ ਹੈ। ਮੇਰੇ ਕੋ ਦੇਖੇ ਨਹੀਂ ਗਏ ਬੱਚੇ। ਤੁਹਾਨੂੰ ਰੱਬ ਨੇ 2 ਖੁਸ਼ਖਬਰੀਆਂ ਦਿੱਤੀਆਂ ਨੇ
ਕੀ ਖੁਸ਼ਖਬਰੀ ਦਿੱਤੀਆਂ ਨੇ? ਇੱਕ ਮਕਾਨ ਦੀ ਇੱਕ ਨਵਾਂ ਮਕਾਨ, ਉਹਦੇ 'ਚ ਇਹਨਾਂ ਬੱਚਿਆਂ ਦੇ ਮੁਤਾਬਕ ਵਾਸ਼ਰੂਮ, ਸਮਝ ਗਏ ਨਾ, ਔਰ ਠੰਡੇ ਪਾਣੀ ਦਾ ਗਰਮ ਪਾਣੀ ਦਾ ਇੰਤਜ਼ਾਮ, ਇੱਕ ਮੁਕੰਮਲ ਨਵਾਂ ਘਰ, ਉਹਦੀ ਵਾਇਰਿੰਗ ਤੱਕ, ਉਹਦੇ ਪੱਖੇ ਤੱਕ, ਲਾਈਟਾਂ ਤੱਕ, ਹਰ ਚੀਜ਼ ਮੁਕੰਮਲ ਘਰ ਜਿਹੜੇ 'ਚ ਤੁਹਾਨੂੰ ਹਰ ਚੀਜ਼ ਇਹਨਾਂ ਬੱਚਿਆਂ ਨੂੰ ਸਹੂਲਤ ਔਰ ਮਿਲੇ। ਨਾਲ ਹਾਂਜੀ, ਨਾਲ ਤਾਰਾ ਜੀ ਔਰ ਨਾਲ ਇਹਨਾਂ ਨੂੰ ਨਹੀਂ ਦੁਕਾਨ ਤੇ ਉਹਨਾਂ ਨੂੰ ਹੋਣੀ ਹੈ, ਲੇਕਿਨ ਇਹਨਾਂ ਦੀ ਵੀਲ ਚੇਅਰ ਜਿਹੜੀ ਹੈ ਨਾ ਉਹ ਬਹਿ ਹੀ ਨਹੀਂ ਸਕਦੇ ਹੈਗੇ। ਹਾਂਜੀ, ਜਿੰਨਾ ਵੀ ਹੋ ਸਕਿਆ ਨਾ ਇਹਨਾਂ ਬੱਚਿਆਂ ਨੂੰ ਸਹੂਲਤ ਦਵਾਂਗੇ। ਮਾਸ਼ਾਅੱਲਾ ਮਾਸ਼ਾਅੱਲਾ, ਅੱਲਾਹ ਪਾਕ ਤੁਹਾਨੂੰ ਬਹੁਤ ਅੱਲਾਹ ਪਾਕ ਉਹਨਾਂ ਨੂੰ ਅਜਰ ਦੇਵੇ ਜਿਹੜੇ ਇਸ ਗਰੁੱਪ ਸ਼ਾਮਲ ਨੇ। ਅੱਲਾਹ ਪਾਕ ਉਹਨਾਂ ਵਾਸਤੇ ਆਸਾਨੀਆਂ ਪੈਦਾ ਮੇਰੇ ਕਰੇ। ਬੱਚਿਆਂ ਦੇ ਘਰ ਬਣਾ ਰਹੇ ਆ, ਮੇਰੇ ਬੱਚਿਆਂ ਦੀ ਮੇਰੇ ਕਰ ਰਹੇ ਆ। ਮੈਂ ਜਦੋਂ ਦੀ ਖਿਦਮਤ ਚ ਨਿਕਲੀ ਆ ਨਾ, ਤੇਰਾ ਸ਼ੁਕਰ ਆ। ਮੇਰੀ ਖਿਦਮਤ ਦੇ ਨਿਕਲਣ ਦੇ ਵਿੱਚ ਪਹਿਲਾ ਦੁਖੀ ਘਰਾਣਾ, ਪਹਿਲੇ ਦੁਖੀ ਬੱਚੇ, ਬਹੁਤ ਜ਼ਿਆਦਾ ਮੈਂ ਆਪ ਖੁਦ ਹੀ ਲਗਾਈਆਂ। ਮੇਰੀ ਭੈਣ, ਅੱਲਾਹ ਪਾਕ ਮੈਨੂੰ ਮਾਫ ਕਰੇ, ਅੱਲਾਹ ਪਾਕ ਮੈਨੂੰ ਮਾਫ ਕਰੇ, ਲੇਕਿਨ ਮੈਂ ਇਹਨਾਂ ਬੱਚਿਆਂ ਵਾਸਤੇ, ਇਹਨਾਂ ਬੱਚਿਆਂ ਦੇ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਇਹਨਾਂ ਨੂੰ ਸਹੂਲਤਾਂ ਅੱਲਾਹ ਪਾਕ ਦੀ ਤਰਫੋਂ ਮਿਲਣੀਆਂ ਚਾਹੀਦੀਆਂ। ਮੇਰੇ ਬੱਚੇ ਆ ਜੋ ਵੀ ਮਸਾਜ ਪਏ ਆ, ਮੈਨੂੰ ਅੱਲਾਹ ਪਾਕ ਹਿੰਮਤ ਦੇ, ਮੈਂ ਆਪਣੇ ਬੱਚੇ ਦੀ ਸੇਵਾ ਕਰੀ ਰੱਖਾਂ। ਕਿਉਂ ਮੈਂ ਆਪਣੇ ਬੱਚੇ ਭੁੱਖੇ ਨਹੀਂ ਦੇਖ ਸਕਦਾ, ਮੈਂ ਬੱਚੇ ਆਪਣੇ ਦੀ ਖਿਦਮਤ ਕਰੀ ਰੱਖਾਂ, ਆਪਣੇ ਬੱਚੇ ਪਾਣੀ ਰੱਖਾਂ। ਤਾਰਾ ਜੀ ਇਹ ਮਾਂ ਬਾਪ ਆ, ਸਾਡੇ ਭੈਣ ਭਾਈ ਨੇ, ਤੇ ਇਹ ਇਹਨਾਂ ਵਾਸਤੇ ਜੀ ਸ਼ੂਜ਼ ਨੇ, ਹਾਂਜੀ, ਇਹ ਜੁੱਤੀਆਂ ਨੇ, ਇਹ ਲੋ ਭੈਣ ਜੀ, ਹਾਂਜੀ, ਇਹ ਤੁਹਾਡੇ ਵਾਸਤੇ, ਇਹ ਤੁਹਾਡੇ ਵਾਸਤੇ ਕੱਪੜੇ ਨੇ, ਤੇ ਇਹ ਤੁਹਾਡਾ ਪੂਰੇ ਮਹੀਨੇ ਦਾ ਮਹੀਨੇ ਦਾ ਰਾਸ਼ਨ। ਭਲਾ ਹੋਵੇ, ਅੱਲਾਹ ਪਾਕ ਤੁਹਾਨੂੰ ਇਹਦਾ ਅਜਰ ਦੇਵੇ, ਸੋਨਾ ਮਦੀਨੇ ਵਾਲਾ ਆਪਣੇ ਹਬੀਬ ਦਾ ਸਦਕਾ ਕਰਕੇ ਜੋ ਇਹ ਮੁਸ਼ਕਲ ਆਸਾਨ ਕਰੇ। ਅੱਲਾਹ ਪਾਕ ਬੱਚੇ ਰਹਿਮਤ ਕਰੇ। ਤੇ ਜਿੰਨੇ ਚਿਰ ਦੁਕਾਨ ਨਹੀਂ ਤੁਹਾਡੀ ਬੰਦੀ, ਇਹ ਰਾਸ਼ਨ ਹਰ ਮਹੀਨੇ ਪਹੁੰਚਿਆ ਕਰੇਗਾ। ਠੀਕ ਹੈ। ਇਹ 15,000 ਅੱਛਾ ਬੱਚੀ, ਇਹਨਾਂ ਬੱਚਿਆਂ ਵਾਸਤੇ। ਅੱਲਾਹ ਪਾਕ ਇਹਨਾਂ ਦੇ ਬੱਚਿਆਂ 'ਚ ਜੋ ਵੀ ਕਮੀ ਹੈ, ਨਾ ਜ਼ਰੂਰਤ ਆ, ਉਹ ਉਹਨਾਂ ਦੀ ਪੂਰੀ ਕਰੋ। ਅੱਲਾਹ ਪਾਕ ਇਹਦੇ 'ਚ ਅੱਜ ਸਭ ਤੋਂ ਪਹਿਲੇ ਤੁਸੀਂ ਛਤਰੀਆਂ ਲੈ ਕੇ ਆਣੀਆਂ, ਮੱਛਰਦਾਨੀਆਂ ਲੈ ਕੇ ਆਣੀਆਂ, ਤਾਂ ਕਿ ਬੱਚੇ ਮੱਖੀਆਂ ਤੋਂ ਬਚ ਸਕਣ। ਦੇਖੋ ਮੇਰੇ ਕੋਲ ਦੇਖਿਆ ਨਹੀਂ ਗਿਆ, ਉਹਨਾਂ ਦੇ ਮੂੰਹ 'ਚ ਮੱਖੀਆਂ ਪੈ ਰਹੀਆਂ ਵਾ, ਮੇਰੇ ਕੋਲ ਦੇਖਿਆ ਨਹੀਂ ਗਿਆ। ਸਭ ਤੋਂ ਪਹਿਲੇ ਤੁਸੀਂ ਇਹਨਾਂ ਵਾਸਤੇ ਮੱਛਰਦਾਨੀਆਂ ਬੱਚਿਆਂ ਸੇ ਲੈ ਕੇ ਆਵੇ। ਇਹ ਤੁਹਾਡੇ ਵਾਸਤੇ ਵੀ ਬਿਹਤਰੀ ਹੋਏਗੀ ਕਿ ਤੁਸੀਂ ਇੱਧਰ ਉੱਧਰ ਕੰਮ ਘੁਮਾ ਰਹੇ ਜੇ, ਇਹ ਸੇਫ ਰਹਿਣਗੇ, ਜਰਾਸੀਮ ਤੋਂ ਸੇਫ ਰਹਿਣਗੇ। ਅੱਛਾ ਬਸ ਆਪਣੇ ਤੇ बस सारे हक अंदर दुआ कर दो, अल्लाह पाक बेहतर करेगा भाई, इंशाल्लाह ਹੁਣ ਤੁਹਾਡੀਆਂ ਸਾਰੀ ਜ਼ਿੰਦਗੀ ਮੁਸ਼ਕਲਾਂ ਜਿਹੜੀਆਂ ਨਾ ਉਹ ਕੰਮ ਹੋ ਜਾਣਗੀਆਂ, ਤੁਹਾਡੀ ਮੁਸ਼ਕਲਾਂ ਕੰਮ ਹੋ ਜਾਣਗੀਆਂ। ਅੱਲਾਹ ਪਾਕ ਦੇਖੋ ਜੀ, ਮੇਰੀ ਗੱਲ ਸੁਣੋ ਭਾਈ, ਕੀ ਨਾਮ ਦੱਸਿਆ ਆਪਣਾ? ਮੇਰਾ ਨਾਮ ਮਨੀਰ। ਤੇ ਤੁਹਾਡਾ ਕੀ ਨਾਮ ਜੇ? ਪਰਵੀਨ। ਬਾਜੀ ਤੇ ਭਾਈ ਮੇਰੇ, ਤੁਸੀਂ ਸਾਡੇ ਭਾਈ ਹੋ, ਸਮਝ ਨਾ, ਅਸੀਂ ਹੱਕਦਾਰਾਂ ਨੂੰ ਤਾਰਾ ਜੀ ਹੱਕ ਦੇਣ ਆਏ ਆ, ਔਰ ਉਹ ਹੱਕ ਜਿਹੜਾ ਮਾਸ਼ਰਾ ਨਹੀਂ ਦੇ ਰਿਹਾ, ਜਿਹੜੇ ਆਪਣੇ ਨਹੀਂ ਦੇ ਰਹੇ, ਰਿਸ਼ਤੇਦਾਰ ਨਹੀਂ ਦੇ ਰਹੇ, ਉਹ ਹੱਕ ਜਿਹੜਾ ਅਸੀਂ ਅੱਲਾਹ ਪਾਕ ਦੀ ਤਰਫੋਂ ਦਿੰਦੇ ਹਾਂ। ਮਾਸ਼ਾਅੱਲਾ ਅੱਲਾਹ। ਔਰ ਇਸ ਮੌਕੇ ਤੇ ਤਾਰਾ ਜੀ ਮੈਂ ਇੱਕ ਛੋਟਾ ਜਿਹਾ ਮੈਸੇਜ ਦੇਣਾ ਚਾਹੁੰਦਾ ਕਿ ਅੱਲਾਹ ਪਾਕ ਤੇਰਾ ਸ਼ੁਕਰ ਕਰਦੇ ਹਾਂ ਕਿ ਅਸੀਂ ਹੱਕਦਾਰ ਨੂੰ ਹੱਕ ਦੇਣ ਆਉਂਦੇ ਹਾਂ, ਔਰ ਇਹ ਹੱਕ ਜਿਹੜੇ ਸਾਡੇ ਬਾਹਰ ਓਵਰਸੀਜ਼ ਸਾਡੇ ਭੈਣ ਭਾਈ ਨੇ, ਇਹ ਉਹਨਾਂ ਨੂੰ ਭੇਜਿਆ ਜਾਂਦਾ ਵਾ, ਲੇਕਿਨ ਸਾਡੀ ਜ਼ਿੰਮੇਵਾਰੀ ਇਹ ਹੈ ਕਿ ਅਸੀਂ ਹੱਕਦਾਰਾਂ ਤੱਕ ਪਹੁੰਚੀਏ। ਤੇ ਬੇਸ਼ੁਮਾਰ ਲੋਕ, ਇਹ ਗਾਲਬਨ ਅਲੀ ਟਾਊਨ ਆ ਜਾਂ ਕਿਹੜਾ ਵਾ, ਅਲੀ ਪਾਰਕ, ਤੇ ਇਰਦ ਗਿਰਦ ਦੇ ਸੈਂਕੜੇ ਲੋਕ ਨੇ ਜਿਹੜੇ ਬਾਹਸੀਅਤ ਨੇ, ਮੁਖੱਯਰ ਨੇ, ਸਾਬੇ ਜਾਇਦਾਦ ਨੇ, ਔਰ ਬੇਸ਼ੁਮਾਰ ਵਸਾਇਲ ਨੇ। ਮੈਂ ਉਹਨਾਂ ਨੂੰ ਇੱਕ ਪੈਗਾਮ ਦੇਣਾ ਚਾਹੁੰਦਾ ਵਾਂ ਕਿ ਤੁਸੀਂ, ਤੁਹਾਡੇ 'ਤੇ ਰੱਬ ਦੀਆਂ ਬੜੀਆਂ ਰਹਿਮਤਾਂ ਨੇ। ਅਸੀਂ ਕਦੇ ਨਹੀਂ ਕਿਸੇ ਨੂੰ ਆਖਿਆ ਕਿ ਸਾਨੂੰ ਪੈਸੇ ਭੇਜੋ, ਕਦੀ ਅਸੀਂ ਫੰਡ ਰੇਜ਼ਿੰਗ ਵਾਸਤੇ ਅਪੀਲ ਨਹੀਂ ਕਰਦੇ, ਕਦੀ ਅਸੀਂ ਕਿਸੇ ਨੂੰ ਇਹ ਨਹੀਂ ਆਖਿਆ ਕਿ ਆ ਬਿਮਾਰ ਹੈ, ਇਹਦੇ ਵਾਸਤੇ ਸਾਨੂੰ ਮੈਡੀਸਨ ਚਾਹੀਦੀ ਹੈ, ਕਦੀ ਇਹ ਨਹੀਂ ਆਖਿਆ ਕਿ ਆ ਬਿਮਾਰ ਹੈ ਜਾਂ ਮਜ਼ਦੂਰ ਹੈ, ਸਾਨੂੰ ਵੀਲ ਚੇਅਰ ਚਾਹੀਦੀ ਹੈ। ਅਸੀਂ ਅੱਜ ਤੱਕ ਇਹ ਨਹੀਂ ਆਖਿਆ ਤੇ ਨਾ ਕਦੀ ਆਖਾਂਗੇ। ਕਿਉਂ? ਇਹ ਮੇਰੇ ਰੱਬ ਦਾ ਪ੍ਰੋਗਰਾਮ ਆ, ਤੇ ਜਿਸ ਰੱਬ ਨੇ ਪ੍ਰੋਗਰਾਮ ਚਲਾਇਆ ਵਾ ਉਹ ਰੱਬ ਖੁਦ ਹੀ ਵਸਾਇਲ ਮੁਹੱਈਆ ਕਰਦਾ ਵਾ। ਮੈਂ ਆਪਣੇ ਰੱਬ ਦਾ ਸ਼ੁਕਰਗੁਜ਼ਾਰ ਹਾਂ। ਅਸੀਂ ਕਦੀ ਨਹੀਂ ਕਹਿੰਦੇ ਕਿ ਤੁਸੀਂ ਹੱਕ ਨਵਾਜ਼ ਨੂੰ ਭੇਜੋ, ਕਦੀ ਵੀ ਨਹੀਂ ਆਖਾਂਗੇ, ਲੇਕਿਨ ਆਪਣੇ ਅੰਦਰ ਇੱਕ ਹੱਕ ਨਵਾਜ਼ ਤਾਰਾ ਤਲਾਸ਼ ਕਰੋ, ਆਪਣੇ ਅੰਦਰ ਇੱਕ ਹੱਕ ਨਵਾਜ਼ ਤਾਰਾ ਤਲਾਸ਼ ਕਰੋ, ਜਿਹੜੀ ਬਾਹਰ ਨਿਕਲ ਕੇ ਲੋਕਾਂ ਕੋਲ ਜਾਣ, ਉਹਦਾ ਦੁੱਖ ਸੁਣਨ, ਉਹਨਾਂ ਸੀਨਿਆਂ ਲਾਉਣ, ਇਹਨਾਂ ਬੱਚਿਆਂ ਦੇ ਕੋਲ ਜਾਣ, ਇਹਦੇ ਦੁੱਖ ਨੂੰ ਸਮਝਣ ਦੀ ਕੋਸ਼ਿਸ਼ ਕਰਨ, ਔਰ ਇਹਨਾਂ ਵਾਸਤੇ ਰੱਬ ਵੱਲੋਂ ਕੋਈ ਖੁਸ਼ਖਬਰੀ ਦੇਣ। ਬੇਸ਼ੁਮਾਰ ਸ਼ਹਿਰ ਨੇ, ਬੇਸ਼ੁਮਾਰ ਕਸਬੇ ਨੇ, ਬੇਸ਼ੁਮਾਰ ਆਬਾਦੀਆਂ ਨੇ। ਆਪਣੇ ਆਪਣੇ ਇਲਾਕੇ 'ਚ ਬਾਹਰ ਨਿਕਲੋ, ਆਪਣੀ ਬੀਵੀ ਨਾਲ ਲੈ ਲਓ, ਆਪਣੇ ਭਾਈ ਨਾਲ ਲੈ ਲਓ, ਆਪਣੇ ਪੁੱਤਰ ਨਾਲ ਲੈ ਲਓ, ਤਾਂ ਕਿ ਉਹਨਾਂ ਨੂੰ ਵੀ ਸਬਕ ਮਿਲੇ। ਉਹਨਾਂ ਲੋਕਾਂ ਕੋਲ ਜਾਓ ਜਿਨ੍ਹਾਂ ਕੋਲ ਹੱਥ ਨਹੀਂ ਮਿਲਾਉਂਦਾ, ਉਹਨਾਂ ਲੋਕਾਂ ਕੋਲ ਜਾਓ ਜਿਨ੍ਹਾਂ ਦੀ ਗਲੀ ਥਾਂ ਲੰਘ ਕੇ ਲੋਕੀ ਉਸ ਜਗ੍ਹਾ 'ਤੇ ਨਹੀਂ ਪਹੁੰਚਦੇ, ਉਹਨਾਂ ਲੋਕਾਂ ਕੋਲ ਜਾਓ ਕਿ ਜਿਹਨੂੰ ਤੁਹਾਨੂੰ ਇਹ ਨਹੀਂ ਪਤਾ ਕਿ ਇਹਦਾ ਮੁਹੰਮਦ ਸਦੀਕ ਹੈ ਜਾਂ ਮੁਹੰਮਦ ਤਫੈਲ ਆ। ਉਹਨਾਂ ਲੋਕਾਂ ਕੋਲ ਜਾਓ, ਉਹਦਾ ਤੁਹਾਡਾ ਫਰਜ਼ ਬਣਦਾ ਤੇ ਉਹਦਾ ਹੱਕ ਬਣਦਾ ਕਿ ਤੁਸੀਂ ਆਪਣਾ ਫਰਜ਼ ਅਦਾ ਕਿੱਦਾਂ ਅਦਾ ਕਰੋ
ਕਿ ਅਸੀਂ ਨਬੀ ਪਾਕ ਦੇ ਉਮਤੀ ਹਾਂ ਤੇ ਸਾਡੇ ਨਬੀ ਪਾਕ ਜਿਹੜੇ ਨੇ ਉਹਨਾਂ ਦਾ ਫਰਮਾਨ ਕੀ ਆ, ਸਾਡੇ ਖੁਦਾ ਦਾ ਹੁਕਮ ਕੀ ਆ ਔਰ ਕੀ ਤਲੀਮਾਤ ਨੇ। ਉਹ ਕੀ ਨੇ ਕਿ ਆਪਣੇ ਇਰਦ ਗਿਰਦ ਵੇਖੋ, ਆਪਣੇ ਪੜੋਸੀਆਂ 'ਚ ਤਲਾਸ਼ ਕਰੋ ਕਿ ਕਿਆ ਕੋਈ ਕਿਸੇ ਦੁੱਖ ਵਿੱਚ ਤਾਂ ਨਹੀਂ, ਕੋਈ ਬਿਮਾਰ ਤਾਂ ਨਹੀਂ, ਕੋਈ ਕਰਜ਼ੇ ਵਿੱਚ ਤਾਂ ਨਹੀਂ, ਕਿਸੇ ਦੀ ਛੱਤ ਨਹੀਂ ਗਿਰ ਗਈ, ਕਿਸੇ ਦੇ ਘਰ ਮਜ਼ਦੂਰ ਬੱਚਾ ਤਾਂ ਨਹੀਂ ਹੈਗਾ, ਕਿਸੇ ਦੀ ਇਹ ਤਾਂ ਨਹੀਂ ਬੱਚੀਆਂ ਤਲੀਮ ਤੋਂ ਮਹਿਰੂਮ, ਕਿਸੇ ਦੇ ਘਰ ਵਸਾਇਲ ਨਹੀਂ ਹੈਗੇ। ਆਪਣੇ ਇਰਦ ਗਿਰਦ ਬਾਹਰ ਨਿਕਲੋ, ਵਕਤ ਦੇਖੋ ਕਿਤਨੀ ਤੇਜ਼ੀ ਨਾਲ ਗੁਜ਼ਰਦਾ ਪਿਆ ਵਾ। ਕਦੀ ਸੋਚਿਆ ਸੀ ਕਿ ਸਾਡੇ ਮਾਂ-ਬਾਪ ਫੌਤ ਹੋ ਗਏ, ਉਹਦਾਂ ਦੇ ਮਾਂ-ਬਾਪ ਫੌਤ ਹੋ ਗਏ, ਸਾਡਾ ਦਾਦਾ ਗਿਆ, ਦਾਦੀ ਗਈ, ਨਾਨਾ ਗਏ, ਨਾਨੀ ਗਈ, ਬੇਸ਼ੁਮਾਰ ਚਲੇ ਗਏ, ਔਰ ਉਸ ਤੋਂ ਬਾਅਦ ਟਰਨ ਸਾਡੀ ਆ ਗਈ। ਇਸ ਟਰਨ ਆਉਣ ਤੋਂ ਪਹਿਲੇ ਆਪਣੇ ਵਾਸਤੇ ਕੁਝ ਕਰੋ। ਕੀ ਕਰੋ ਕਿ ਰੋਜ਼ੇ ਮਹਿਸ਼ਰ ਤੁਸੀਂ ਸੁਰਖਰੂ ਹੋ ਸਕੋ। ਮੈਂ ਤਵੱਕੋ ਰੱਖਦਾ ਵਾਂ ਕਿ ਮੇਰੇ ਭੈਣ ਭਰਾ ਜਿਹੜੇ ਸੁਣਦੇ ਪਏ ਨੇ ਉਹ ਆਪਣੇ ਇਰਦ ਗਿਰਦ ਬਾਹਰ ਨਿਕਲਣਗੇ ਤੇ ਐਸਿਆਂ ਲੋਕਾਂ ਕੋਲ ਪਹੁੰਚਣਗੇ ਜਿਹੜੇ ਬੜਿਆਂ 25-25 ਸਾਲ ਤੋਂ 22-22 ਸਾਲ ਤੋਂ ਘਰ 'ਚ ਮਜ਼ਦੂਰ ਬੱਚੇ ਲੈ ਕੇ ਬੈਠੇ ਨੇ, ਔਰ ਇਸ ਆਸ ਵਿੱਚ ਫਿਰ ਕਹਿੰਦੇ ਨੇ ਅੱਲਾਹ ਪਾਕ ਤੇਰਾ ਸ਼ੁਕਰ ਹੈ, ਅੱਲਾਹ ਪਾਕ ਤੇਰਾ ਸ਼ੁਕਰ ਹੈ। ਉਹ ਇਸ ਹਾਲਤ ਦੇ ਬਾਵਜੂਦ ਵੀ ਸ਼ੁਕਰ ਅਦਾ ਕਰਨ ਦੇ ਨੇ। ਸਾਨੂੰ ਅਗਰ ਬੇਪਨਾਹ ਵਸਾਇਲ ਦਿੱਤੇ ਨੇ ਤਾਂ ਕਿਆ ਅਸੀਂ ਉਹ ਸ਼ੁਕਰ ਅਦਾ ਕਰਦੇ ਹਾਂ? ਜਿਸ ਤਰ੍ਹਾਂ ਬੱਚੇ ਹੱਥ ਨਹੀਂ ਹਿਲਾ ਸਕਦੇ, ਇਹ ਬੱਚੇ ਆਪਣੇ ਉਂਗਲਾਂ ਨਹੀਂ ਸਿੱਧੀਆਂ ਕਰ ਸਕਦੇ, ਜ਼ਰਾ ਸੋਚੋ ਅਗਰ ਸਾਡੀਆਂ ਉਂਗਲਾਂ ਹਰਕਤ ਨਾ ਕਰਨ ਤਾਂ ਸਾਡੇ ਨਾਲ ਕੀ ਬੀਤੇ। ਇਸ ਤੋਂ ਪਹਿਲੇ ਕਿ ਖੁਦਾ ਨਾ ਕਰੇ ਸਾਡੇ ਵਾਸਤੇ ਕੋਈ ਮੁਸ਼ਕਿਲ ਪੇਸ਼ ਆਏ, ਇਹਨਾਂ ਮੁਸ਼ਕਿਲਾਂ ਤੋਂ ਬਚਣ ਵਾਸਤੇ ਅਗਰ ਅਸੀਂ ਰੱਬ ਦੇ ਰਸਤੇ ਵਿੱਚ ਚੱਲਾਂਗੇ ਤਾਂ ਕੀ ਹੋਏਗਾ? ਅੱਲਾਹ ਪਾਕ ਦੇ ਜਿਹੜੇ ਫਰਿਸ਼ਤੇ ਆ ਉਹ ਤੁਹਾਡੀ ਹਿਫਾਜ਼ਤ ਕਰਨਗੇ। ਅੱਲਾਹ ਪਾਕ ਦੇ ਫਰਿਸ਼ਤੇ ਜਿਹੜੇ ਆ ਉਹ ਤੁਹਾਨੂੰ ਹਾਦਸਿਆਂ ਤੋਂ ਬਚਾਉਣਗੇ। ਤੇ ਇਸ ਵਕਤ ਨੂੰ ਜ਼ਾਇਆ ਨਾ ਕਰੋ। ਜ਼ਿੰਦਗੀ ਦਾ ਇੱਕ ਇੱਕ ਲਮਹਾ ਕੀਮਤੀ ਜੇ, ਔਰ ਇੱਕ ਇੱਕ ਲਮਹਾ ਉਹ ਕੀਮਤੀ ਜਿਹੜਾ ਵਾ ਉਹਨੂੰ ਕਿੱਦਾਂ ਬਸਰ ਕਰੋ। ਅੱਲਾਹ ਪਾਕ ਦੀ ਮਖਲੂਕ ਵਾਸਤੇ ਆਸਾਨੀਆਂ ਪੈਦਾ ਕਰੋ। ਜੀ ਸਰ ਜੀ, ਅਸੀਂ ਅੱਲਾਹ ਪਾਕ ਦੀ ਤਰਫੋਂ ਮੈਸੇਜ ਲੈ ਕੇ ਜਾਂਦੇ ਹਾਂ। ਉਹ ਮੈਸੇਜ ਜਿਹੜਾ ਇਨਸਾਨ ਦੀ ਬਹਿਲਾਈ ਵਾਸਤੇ ਆ, ਉਹ ਮੈਸੇਜ ਜਿਹੜਾ ਅੱਛੇ ਕੰਮ ਵਾਸਤੇ ਆ। ਇਹ ਤਾਂ ਇੱਕ ਸਮੁੰਦਰੀ ਦਾ ਇਲਾਕਾ ਇਹਦੇ ਆਸ-ਪਾਸ ਨੇ। ਪਾਕਿਸਤਾਨ, ਪੂਰੇ ਪਾਕਿਸਤਾਨ 'ਚ ਬਹੁਤ ਹੀ ਬੇਬਸ ਦੁਨੀਆ, ਬਹੁਤ ਹੀ ਲਾਚਾਰ, ਬਹੁਤ ਹੀ ਬੁਰੀ ਹਾਲਤ ਵਿੱਚ ਹਰ ਜਗ੍ਹਾ ਤੇ ਹੈ। ਇਹ ਸਮੁੰਦਰੀ ਦਾ ਤਾਂ ਇੱਕ ਛੋਟਾ ਜਿੰਨਾ ਇਲਾਕਾ, ਉਹਦੇ ਆਸ-ਪਾਸ ਜਿਹੜੇ ਲੋਕ ਨੇ, ਇੱਥੇ ਇੰਨਾ ਕੁਛ ਵਾ। ਅਸੀਂ ਅਜੇ ਇੱਥੋਂ ਹੀ ਨਹੀਂ ਬਾਹਰ ਨਿਕਲਦੇ, ਇੱਥੋਂ ਹੀ ਨਹੀਂ ਬਾਹਰ ਨਿਕਲ ਪਾ ਰਹੇ ਤੇ ਫਿਰ ਪਾਕਿਸਤਾਨ ਪੂਰਾ ਭਰਿਆ ਵਾ। ਇਸ ਵਾਸਤੇ ਸਾਡਾ ਇਹ ਮੈਸੇਜ ਆ ਕਿ ਤੁਸੀਂ ਆਪਣੇ ਆਪਣੇ ਇਲਾਕਿਆਂ 'ਚ ਨਿਕਲੋ, ਆਪਣੇ ਆਸ-ਪਾਸ ਦੇਖੋ। ਜਦੋਂ ਤੁਸੀਂ ਬਾਹਰ ਨਿਕਲਦੇ ਜੇ ਤੁਹਾਡੇ ਸਾਹਮਣੇ ਬਹੁਤ ਸਾਰੀਆਂ ਚੀਜ਼ਾਂ ਨਜ਼ਰ ਆਉਂਦੀਆਂ, ਬਹੁਤ ਐਸੇ ਵਾਕਿਆਤ ਨਜ਼ਰ ਆਉਂਦੇ ਨੇ ਜਿਹੜੇ ਅਸੀਂ ਅੱਖਾਂ ਬੰਦ ਕਰਕੇ ਚਲੇ ਜਾਂਦੇ ਹਾਂ। ਖੁਦਾ ਦਾ ਵਾਸਤਾ ਅੱਖਾਂ ਬੰਦ ਨਾ ਕਰੋ, ਅੱਖਾਂ ਖੋਲ ਕੇ ਚਲੋ। ਅੱਖਾਂ ਖੋਲ ਕੇ ਚਲੋਗੇ ਤੇ ਤੁਸੀਂ ਕਿਸੇ ਵਾਸਤੇ ਅਗਰ ਅੱਲਾਹ ਪਾਕ ਦਾ ਤਰਸ ਤੁਹਾਡੇ 'ਚ ਭਰਿਆ ਨਾ ਤਾਂ ਤੁਸੀਂ ਉਹਨਾਂ ਵਾਸਤੇ ਕੁਝ ਆਸਾਨੀਆਂ ਕਰੋਗੇ। ਤੁਹਾਡੇ ਕੋਲ ਗੁਜ਼ਰਿਆ ਨਹੀਂ ਜਾਏਗਾ। ਤੁਸੀਂ ਉੱਥੇ ਖੜੇ ਹੋ ਕੇ ਉਹਨੂੰ ਸੋਚੋਗੇ, ਦੇਖੋਗੇ। ਅੱਲਾਹ ਪਾਕ ਦੇ ਵਸਾਇਲ ਦੇ ਵਿੱਚੋਂ ਅਗਰ ਉਹਦੇ ਵਾਸਤੇ ਤੁਸੀਂ ਕੁਝ ਕਰੋਗੇ ਤੇ ਉਹ ਜ਼ਾਇਆ ਨਹੀਂ ਜਾਏਗਾ। ਅੱਲਾਹ ਪਾਕ ਬਹੁਤ ਬਰਕਤ ਦੇਗਾ। ਬਿਲਕੁਲ। ਇਹ ਤਾਂ ਬਾਜੀ ਜੰਤੀ ਰੂਹਾਂ ਆ ਜਿਨ੍ਹਾਂ ਨੇ ਮਾਂ ਪਿਓ ਦਾ ਚਿਹਰਾ ਨਹੀਂ ਦੇਖਿਆ, ਦੁਨੀਆਦਾਰੀ ਨਹੀਂ ਦੇਖੀ, ਬੋਲ ਕੇ ਨਹੀਂ ਦੇਖਿਆ, ਜ਼ਮੀਨ ਤੇ ਪੈਰ ਲਾ ਕੇ ਨਹੀਂ ਦੇਖਿਆ। ਜਿਸ ਬੰਦੇ ਨੇ ਵੀ ਇਹਨਾਂ ਦੀ ਸੇਵਾ ਕਰਨੀ ਆ, ਖਿਦਮਤ ਕਰਨੀ ਆ, ਅੱਲਾਹ ਪਾਕ ਨੇ ਇਹਦਾ ਅਜਰ ਪਤਾ ਨਹੀਂ ਕਿੰਨਾ ਕੁ ਦੇਣਾ, ਕਿੰਨਾ ਕੁ ਅਜਰ ਦੇਣਾ। ਬੇਸ਼ੱਕ ਇਹਨਾਂ ਦੇ ਮਾਂ ਪਿਓ ਦੇ ਕੋਈ ਨਹੀਂ ਚਿਹਰਾ ਨਹੀਂ ਦੇਖਿਆ, ਦੁਨੀਆਦਾਰੀ ਨਹੀਂ ਦੇਖੀ। ਹੈ ਕਿ ਜੰਤੀ ਰੂਹਾਂ ਪਈਆਂ ਇਸ ਬੱਚਿਆਂ ਵਾਸਤੇ। ਜਿਸ ਬੱਚੇ ਨੇ ਵੀ ਕਰਨਾ ਆ, ਅੱਲਾਹ ਪਾਕ ਨੇ ਅਜਰ ਉਹਨੂੰ ਅੱਲਾਹ ਨੇ ਕਰ ਦਿੱਤਾ ਵਾ, ਕਰ ਦਿੱਤਾ ਭਾਈ। ਤੁਹਾਡੇ ਇਹਨਾਂ ਦੇ ਰਿਜ਼ਕ ਦਾ ਬੰਦੋਬਸਤ ਕਰਕੇ ਭੇਜਿਆ ਅੱਲਾਹ ਪਾਕ ਨੇ, ਇਹਨਾਂ ਦੀ ਰਿਹਾਇਸ਼ ਦਾ ਬੰਦੋਬਸਤ ਕਰਕੇ ਭੇਜਿਆ, ਸਭ ਕੁਝ ਕਰਕੇ ਰੱਬ ਨੇ ਭੇਜਿਆ। ਤੇਰਾ ਸ਼ੁਕਰ ਆ ਮੇਰੇ ਤਾਈ ਪੁੱਜੇ ਆ, ਸ਼ੁਕਰ ਆ ਮੇਰੇ ਮੌਲਕਾ, ਤੂੰ ਹੀ ਪਹੁੰਚਾਉਣੇ ਵਾਲਾ। ਮੇਰੇ ਮਾਲਕਾ ਤੂੰ ਹੀ ਬੱਚੇ ਦਿੱਤੇ, ਤੂੰ ਹੀ ਪਹੁੰਚਾਉਣੇ ਵਾਲਾ, ਤੂੰ ਔਰ ਤਾਰਾ ਜੀ ਇਹਨਾਂ ਦੇ ਮਕਾਨ ਕਦੋਂ ਸ਼ੁਰੂ ਹੋ ਜਾਏਗਾ? ਬਹੁਤ ਜਲਦੀ ਜ਼ਫਰ, ਬਹੁਤ ਜਲਦੀ ਇਹਨਾਂ ਦਾ ਮਕਾਨ ਬਚਣਾ ਸ਼ੁਰੂ ਕਰ ਦਿਓ। ਤੇਰਾ ਸ਼ੁਕਰ ਆ ਮੇਰੇ ਤਾਈ, ਤੂੰ ਹੀ ਭੇਜਣੇ ਵਾਲਾ, ਤੂੰ ਹੀ ਭੇਜਿਆ ਮੇਰਾ ਸੋਹਣਾ ਮਾਲਕਾ। ਅੱਲਾਹ ਪਾਕ, ਅੱਲਾਹ ਪਾਕ, ਅੱਲਾਹ ਪਾਕ। ਬਹੁਤ ਸ਼ੁਕਰੀਆ। ਜਿੰਦੇ ਵਸਦੇ ਰਹੋ, ਦੁਆ ਕਰੋ ਸਭ ਵਾਸਤੇ ਕਿ ਅੱਲਾਹ ਪਾਕ ਸਭ ਵਾਸਤੇ ਆਸਾਨੀਆਂ ਪੈਦਾ ਕਰੇ।